ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਪਵਨੀਤ, ਵੋਕੇਸ਼ਨਲ ਟ੍ਰੇਨਰ ਫਰੋਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੱਕ ਕਟਾਰੀ ਸਦਰਵਾਲਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ। ਅੱਜ ਤੁਹਾਡੇ ਸਾਹਮਣੇ ਟੌਪਿਕ ਸੇਫ ਟੂਰਿਜ਼ਮ ਬਾਰੇ ਡਿਸਕਸ ਕਰਨ ਜਾ ਰਹੀ ਹਾਂ। ਇਹ ਜਿਹੜਾ ਟੌਪਿਕ ਹੈ ਕਲਾਸ 9th ਲੈਵਲ 1 ਤੋਂ ਲਿਆ ਗਿਆ ਹੈ। ਸੇਫ ਟੂਰਿਜ਼ਮ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਹੈ ਟੂਰਿਜ਼ਮ ਬਾਰੇ ਪੜ੍ਹਨਾ ਚਾਹਾਂਗੇ। ਟੂਰਿਜ਼ਮ ਹੁੰਦਾ ਕੀ ਹੈ, ਜਿਹੜੇ ਆਪਣੇ ਲਰਨਿੰਗ ਆਊਟਕਮਸ ਇਸ ਪ੍ਰੈਜੈਂਟੇਸ਼ਨ ਦੇ ਹੈ ਉਹ ਹੈਗੇ ਆ ਅਬਾਊਟ ਟੂਰਿਜ਼ਮ, ਟਾਈਪਸ ਆਫ ਟੂਰਿਜ਼ਮ, ਸੇਫ ਐਂਡ ਔਨਰੇਬਲ ਟੂਰਿਜ਼ਮ, ਕੈਟਰਿੰਗ ਇੰਡਸਟਰੀ, ਕਲਾਸੀਫਿਕੇਸ਼ਨ ਆਫ ਕੈਟਰਿੰਗ ਇੰਡਸਟਰੀ ਐਂਡ ਸਕੋਪ ਇਨ ਕੈਟਰਿੰਗ ਇੰਡਸਟਰੀ। ਸਭ ਤੋਂ ਪਹਿਲਾਂ ਆਪਣਾ ਜਿਹੜਾ ਟੌਪਿਕ ਹੈ ਉਹ ਆਉਂਦਾ ਹੈ ਡੈਫੀਨੀਸ਼ਨ ਆਫ ਟੂਰਿਜ਼ਮ। ਟੂਰਿਜ਼ਮ ਦੀ ਪਰਿਭਾਸ਼ਾ ਕੀ ਹੈ? Tourism may be defined as the processes, activities, and outcomes arising from the relationship and interactions among tourists, tourism suppliers, host government, host communities, and surrounding environments that are involved in the attracting and hosting of visitors. ਟੂਰਿਜ਼ਮ ਨੂੰ ਆਪਾਂ ਡਿਫਾਈਨ ਕਰ ਸਕਦੇ ਇੱਕ ਇਹੋ ਜਿਹੀ ਗਤੀਵਿਧੀ ਹੈ ਜਿਹੜੀ ਹੈ ਆਪਣੇ ਜਿਵੇਂ ਆਪਾਂ ਟੂਰਿਸਟ ਕੋਈ ਬਾਹਰੋਂ ਅਗਰ ਸਪੋਜ਼ ਕਰੋ ਆਪਣੇ ਆਉਂਦਾ ਹੈ ਜਾਂ ਜੋ ਵੀ ਟੂਰਿਜ਼ਮ ਨੂੰ ਸਪਲਾਈ ਕਰਦੇ ਆ, ਜੋ ਮਤਲਬ ਟੂਰਿਸਟ ਨੂੰ ਆਪਣੇ ਇੱਥੇ ਲੈ ਕੇ ਆਉਂਦੇ ਆ ਜਾਂ ਉਹਨਾਂ ਨਾਲ ਕੀ ਕਰਦੇ ਆ, ਕੁਛ ਗਤੀਵਿਧੀ ਮਤਲਬ ਆਪਸ ਵਿੱਚ ਇੰਟਰੈਕਟ ਹੁੰਦੇ ਆ, ਉਹਨਾਂ ਨੂੰ ਸਭ ਕੁਛ ਟੂਰਿਜ਼ਮ ਬਾਰੇ ਦੱਸਦੇ ਆ। ਔਰ ਕਿਵੇਂ ਆਪਣੇ ਇੱਥੇ ਇਨਵਾਇਰਮੈਂਟਸ ਹੈ, ਹੁਣ ਜਿਹੜੀ ਘੁੰਮਣਯੋਗ ਜਗ੍ਹਾਵਾਂ ਹੈ ਆਪਣੀ, ਜਿਵੇਂ ਜਿਹੜੇ ਟੂਰਿਸਟ ਪਲੇਸਿਸ ਅਗਰ ਉਹ ਅਟਰੈਕਟਿਵ ਹੋਣਗੇ ਤਾਂ ਹੀ ਲੋਕ ਉੱਥੇ ਜਾਣਗੇ। ਉਹ ਜੋ ਵੀ ਵਿਜ਼ਿਟਰਸ ਜਾਂ ਜੋ ਹੋਸਟ ਕਰਦੇ ਆ, ਜੋ ਇਸ ਚੀਜ਼ ਨੂੰ ਔਰਗਨਾਈਜ਼ ਕਰਦੇ ਆ, ਆਪਸ ਵਿੱਚ ਮਿਲ ਕੇ ਜੋ ਬਣਾਉਣਗੇ ਇੱਕ ਟ੍ਰਿਪ ਬਣਾਉਣਗੇ, ਇੱਕ ਟੂਰ ਬਣਾਉਣਗੇ, ਉਹਨੂੰ ਆਪਾਂ ਕੀ ਕਹੀਦਾ ਟੂਰਿਜ਼ਮ। ਜਿਹੜੀ ਟੂਰਿਜ਼ਮ ਦੀ ਬ੍ਰਾਂਚਿਸ ਆਫ ਟੂਰਿਜ਼ਮ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਣੀ ਆਉਂਦੀ ਹੈ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ, second one is outbound international tourism, third one is domestic tourism, fourth one is internal tourism and the fifth one is national tourism. ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ। ਵਿਜ਼ਿਟ ਟੂ ਅ ਕੰਟਰੀ ਬਾਏ ਨੋਨ ਰੈਜ਼ੀਡੈਂਟਸ ਆਫ ਦੈਟ ਕੰਟਰੀ, ਮਤਲਬ ਨੋਨ ਰੈਜ਼ੀਡੈਂਟਸ ਕੋਈ ਵੀ ਬਾਹਰੋਂ ਫੋਰਨ ਤੋਂ ਆਪਣੀ ਕੰਟਰੀ ਦੇ ਅੰਦਰ ਆਏਗਾ ਜੋ ਇੱਥੇ ਨਹੀਂ ਰਹਿੰਦਾ, ਉਹਨੂੰ ਆਪਾਂ ਕੀ ਕਹਾਂਗੇ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ। ਲਾਈਕ ਅਗਰ ਸਪੋਜ਼ ਕਰੋ ਕੋਈ ਕੈਨੇਡਾ ਤੋਂ ਆਪਣੇ ਇੰਡੀਆ ਦੇ ਅੰਦਰ ਘੁੰਮਣ ਆ ਰਿਹਾ, ਉਹ ਕੈਨੇਡਾ ਤੋਂ ਕੀ ਹੋ ਰਿਹਾ ਆਊਟ ਹੋ ਰਿਹਾ ਅਤੇ ਇੰਡੀਆ ਵਿੱਚ ਇਨ ਹੋ ਰਿਹਾ, ਤਾਂ ਆਪਾਂ ਉਹਨੂੰ ਕੀ ਕਹਾਂਗੇ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ। ਐਂਡ ਆਪਣਾ ਸੈਕਿੰਡ ਵਨ ਹੈ ਆਊਟਬਾਊਂਡ ਇੰਟਰਨੈਸ਼ਨਲ ਟੂਰਿਜ਼ਮ, ਵਿਜ਼ਿਟ ਬਾਏ ਦਾ ਰੈਜ਼ੀਡੈਂਟਸ ਆਫ ਅ ਕੰਟਰੀ ਟੂ ਅਦਰ ਕੰਟਰੀਜ਼। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਰੈਜ਼ੀਡੈਂਟਸ ਤੋਂ ਦੂਸਰੀ ਕੰਟਰੀ ਦੇ ਜਾਣਗੇ। ਸਪੋਜ਼ ਆਪਾਂ ਇੰਡੀਆ ਤੋਂ ਜਾਪਾਨ ਜਾਣਾ, ਆਪਾਂ ਇੰਡੀਆ ਤੋਂ ਆਊਟ ਹੋ ਜਾਵਾਂਗੇ ਤਾਂ ਆਪਾਂ ਕੀ ਕਹਾਂਗੇ ਇੰਡੀਆ ਲਈ ਉਹ ਕੀ ਹੈ ਆਊਟਬਾਊਂਡ ਇੰਟਰਨੈਸ਼ਨਲ ਟੂਰਿਜ਼ਮ। ਆਪਾਂ ਜਾਪਾਨ ਦੇ ਅੰਦਰ ਚਲੇ ਜਾਵਾਂਗੇ ਤਾਂ ਉਹ ਕੀ ਹੈ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ। ਐਂਡ ਆਪਣਾ ਥਰਡ ਵਨ ਹੈ ਡੋਮੈਸਟਿਕ ਟੂਰਿਜ਼ਮ, ਵਿਜ਼ਿਟਸ ਬਾਏ ਰੈਜ਼ੀਡੈਂਟਸ ਵਿਦਇਨ ਦੇਅਰ ਓਨ ਕੰਟਰੀ। ਅਗਰ ਆਪਾਂ ਦੇਸ਼ ਦੇ ਅੰਦਰ ਘੁੰਮਾਂਗੇ ਉਹਨੂੰ ਆਪਾਂ ਕੀ ਕਹਾਂਗੇ ਡੋਮੈਸਟਿਕ ਟੂਰਿਜ਼ਮ। ਐਂਡ ਦਾ ਫੋਰਥ ਵਨ ਇਜ਼ ਇੰਟਰਨਲ ਟੂਰਿਜ਼ਮ। ਜਿਹੜਾ ਇੰਟਰਨਲ ਟੂਰਿਜ਼ਮ ਹੈ ਉਹ ਡੋਮੈਸਟਿਕ ਪਲੱਸ ਇਨਬਾਊਂਡ ਇੰਟਰਨੈਸ਼ਨਲ ਟੂਰਿਜ਼ਮ ਨੂੰ ਕੰਬਾਈਨਡ ਕਰਕੇ ਬਣਦਾ ਹੈ। ਉਹ ਕਿਹਦੇ ਦੁਆਰਾ ਕੀਤਾ ਜਾਂਦਾ ਹੈ ਰੈਜ਼ੀਡੈਂਟਸ ਐਂਡ ਨੋਨ ਰੈਜ਼ੀਡੈਂਟ, ਮਤਲਬ ਜੋ ਆਪਣੇ ਦੇਸ਼ ਦੇ ਅੰਦਰ ਰਹਿ ਰਹੇ ਜਾਂ ਜੋ ਨਹੀਂ ਰਹਿ ਰਹੇ ਉਹਨਾਂ ਦੇ ਦੁਆਰਾ ਜੋ ਆਪਣੀ ਕੰਟਰੀ ਦੇ ਅੰਦਰ ਕਰਿਆ ਜਾਏ ਜਾਂ ਕਿਸੇ ਵੀ ਕੰਟਰੀ ਦੇ ਅੰਦਰ ਕਰਿਆ ਜਾਏ ਉਹਨੂੰ ਆਪਾਂ ਕੀ ਕਹਾਂਗੇ ਇੰਟਰਨਲ ਟੂਰਿਜ਼ਮ। ਐਂਡ ਦਾ ਆਪਣਾ ਲਾਸਟ ਵਨ ਇਜ਼ ਨੈਸ਼ਨਲ ਟੂਰਿਜ਼ਮ। ਜਿਹੜਾ ਨੈਸ਼ਨਲ ਟੂਰਿਜ਼ਮ ਹੈ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਕੰਬੀਨੇਸ਼ਨ ਕਿੰਦਾ ਹੈ ਡੋਮੈਸਟਿਕ ਪਲੱਸ ਆਊਟਬਾਊਂਡ ਇੰਟਰਨੈਸ਼ਨਲਸ ਦੇ ਦੁਆਰਾ, ਮਤਲਬ ਜਿਹੜਾ ਕੋਈ ਬਾਹਰੋਂ ਆਏਗਾ ਜਾਂ ਜਿਹੜਾ ਕੁਛ ਵੀ ਆਪਣੇ ਦੇਸ਼ ਦੇ ਅੰਦਰ ਰਹਿ ਰਿਹਾ ਘਰੇਲੂ। ਵਿਜ਼ਿਟ ਬਾਏ ਦਾ ਰੈਜ਼ੀਡੈਂਟਸ ਆਫ ਅ ਕੰਟਰੀ within their own country and to other countries, clear। ਨਾਲੇ ਐਗਜ਼ਾਮਪਲ ਆਪਣੇ ਹੈ ਸਪੋਜ਼ ਕਰੋ ਇੰਡੀਆ, ਆਪਾਂ ਇਨਬਾਊਂਡ ਡੋਮੈਸਟਿਕ ਅਤੇ ਆਊਟਬਾਊਂਡ ਨੂੰ ਕਹਿ ਸਕਦੇ ਹਾਂ। ਅਗਰ ਆਪ ਜਾਪਾਨ ਤੋਂ ਇੰਡੀਆ ਜਾਂਦੇ ਹਾਂ, ਇੰਡੀਆ ਲਈ ਕੀ ਆਪਾਂ ਇਨਬਾਊਂਡ। ਅਗਰ ਸਪੋਜ਼ ਆਪਾਂ ਮੱਧ ਪ੍ਰਦੇਸ਼ ਤੋਂ ਕੇਰਲਾ ਤੋਂ ਵਿੱਚ ਜਾਂਦੇ ਹਾਂ, ਸਪੋਜ਼ ਆਪਾਂ ਆਪਣੀ ਇੰਡੀਆ ਦੇ ਅੰਦਰ ਹੀ ਜਾ ਰਹੇ ਹੋ, ਆਪਣਾ ਕਿਹਦਾ ਐਗਜ਼ਾਮਪਲ ਹੈ ਡੋਮੈਸਟਿਕ ਟੂਰਿਜ਼ਮ ਦਾ। ਅਗਰ ਆਪਾਂ ਇੰਡੀਆ ਤੋਂ ਕੈਨੇਡਾ ਜਾਣਾ ਚਾਹ ਰਹੇ, ਇੰਡੀਆ ਲਈ ਆਪਾਂ ਕੀ ਹੋ ਰਿਹਾ ਆਊਟ, ਤੋਂ ਇੰਡੀਆ ਲਈ ਕੀ ਹੋਵਾਂਗੇ ਆਊਟਬਾਊਂਡ ਟੂਰਿਜ਼ਮ। ਐਂਡ ਕੈਨੇਡਾ ਦੇ ਅੰਦਰ ਐਂਟਰੀ ਕਰ ਰਹੇ ਹਾਂ ਤਾਂ ਆਪਾਂ ਕੈਨੇਡਾ ਲਈ ਕੀ ਹੋਵਾਂਗੇ ਇਨਬਾਊਂਡ ਟੂਰਿਜ਼ਮ। ਆਪਾਂ ਇਹ ਸਭ ਕੁਝ ਪੜ੍ਹ ਚੁੱਕੇ ਹਾਂ। ਹੁਣ ਇੰਟਰਨੈਸ਼ਨਲ ਟੂਰਿਜ਼ਮ ਦੀ ਡੈਫੀਨੇਸ਼ਨ ਕਹਿ ਸਕਦੇ ਹਾਂ ਪੀਪਲ ਟਰੈਵਲ ਫਰੋਮ ਵਨ ਕੰਟਰੀ ਟੂ ਅਨਦਰ ਕੰਟਰੀ, ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਅੰਦਰ ਜਾਣਾ ਉਹਨੂੰ ਆਪਾਂ ਇੰਟਰਨੈਸ਼ਨਲ ਟੂਰਿਜ਼ਮ ਕਹੀਦਾ। ਡੋਮੈਸਟਿਕ ਟੂਰਿਜ਼ਮ ਪੀਪਲ ਟਰੈਵਲ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਵਿਦਇਨ ਦਾ ਸੇਮ ਕੰਟਰੀ, ਕੰਟਰੀ ਆਪਣੀ ਸੇਮ ਹੋਏਗੀ, ਦੇਸ਼ ਆਪਣਾ ਸੇਮ ਹੀ ਹੋਏਗਾ, ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਵਾਂਗੇ। ਜਿਵੇਂ ਆਪਾਂ ਦਿੱਲੀ ਟੂ ਚੰਡੀਗੜ੍ਹ ਜਾਣਾ ਚਾਹੁੰਦੇ
नेक्स्ट वन है इनकमिंग टूरिज्म। कोई फॉरेन कंट्रीज़ तो अपनी वैन पीपल फ्रॉम फॉरेन कंट्रीज़ ट्रैवल टू अवर कंट्री। अगर फॉरेन तो कोई अपने देश के अंदर आ रहा है, ਆਪਾਂ ਨੂੰ ਕੀ ਕਹਾਂਗੇ ਆਪਣੇ ਦੇਸ਼ ਦੇ ਅੰਦਰ ਇਨਕਮ ਹੋ ਰਿਹਾ, ਤਾਂ ਇਨਕਮਿੰਗ ਟੂਰਿਜ਼ਮ। ਅਗਰ ਆਪਾਂ ਆਪਣੇ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹਾਂ, ਸਪੋਜ਼ ਆਪਾਂ ਇੰਡੀਆ ਤੋਂ ਫੋਰਨ ਜਾਣਾ ਚਾਹੁੰਦੇ ਹਾਂ, ਵੈਨ ਪੀਪਲ ਫਰੋਮ ਅਵਰ ਕੰਟਰੀ ਟਰੈਵਲ ਟੂ ਫੋਰਨ ਕੰਟਰੀ, ਇਟਸ ਐਨ ਐਗਜ਼ਾਮਪਲ ਆਫ ਐਨ ਆਊਟਗੋਇੰਗ ਟੂਰਿਜ਼ਮ। नेक्स्ट वन इज़ बिजनेस टूरिज्म। वैन पीपल ट्रैवल टू डू बिजनेस, अगर लोग बिजनेस करने लिए जाते हैं, कोई व्यापार करने लिए कंट्री तो दूसरी कंट्री जाएंगे या विद इन कंट्री जाएंगे, दैट्स कॉल्ड बिजनेस टूरिज्म। नैक्सट अपना आता है इंटरनेशनल टूरिज्म। प्रॉपर आप एक ब्रीफ पढ़ चुके हैं, हुण आप थोड़ी डिक्टेट करते। पीपल फ्रॉम हु ट्रैवल टू एंड स्टे इन कंट्रीज अदर देन देयर कंट्री ऑफ रेजिडेंस फॉर लेस देन अ ईयर आर क्लासीफाइड एज इंटरनेशनल टूरिस्ट। अगर कोई ट्रैवल को अगर सपोज करो कोई भी अपना है टूरिस्ट, वो अपनी कंट्री दे विच आंदा है इंटरनेशनल, बाहर तो अपनी कंट्री दे विच आएगा और आके रहेगा 1 साल तो घट और 1 दिन तो ज़्यादा, 1 साल तो घट आपां नूं की कहांगे इंटरनेशनल टूरिस्ट। इंटरनेशनल जिहड़ा टूरिज्म है वो बहुत ज़्यादा इंपॉर्टेंट है डोमैसटिक तो, क्यों? क्योंकि ये जिहड़ा है आप ज़्यादा टाइम स्पेंड कर सकते हैं। आप किसी भी अगर सपोज करो आप कैनेडा तो अंदर इंडिया के अंदर आने, आप ये तो है नहीं कि 1 दिन ले आवांगे, आप ज़्यादा टाइम ले आवांगे, आप ज़्यादा किसी भी डेस्टिनेशन जिहड़ी जगह ते आप आवांगे उत्थे ज़्यादा टाइम ले रहांगे। ਆਪਾਂ एक्सपेंसिव ट्रांसपोर्ट एंड एकोमोडेशन, अगर सपोज करो आप फॉरन तो आ रहे हैं, आप वधिया ट्रांसपोर्ट प्रैफर करांगे, जिहड़ी एकोमोडेशन जो होटल्स या जिथे आप रहना चाहांगे, खान पीन का सारा प्रबंध वो भी बहुत ज़्यादा करांगे, वधिया करांगे, 5 स्टार लाइक इस तरह की चीज़ां यूज़ करांगे। ਅਤੇ ਆਪਾਂ ਬਾਹਰੋਂ अगर आप इंडिया च आ रहे हैं तो अपनी उधर की फॉरन करंसी अपनी इंडिया च लैके आ रहे हैं, तो इस चीज़ नाल भी बहुत ज़्यादा इंपॉर्टेंट बन जाता है डोमैसटिक टूरिज्म नाल। ਹੁਣ ਡੋਮੈਸਟਿਕ ਤੇ ਇੰਟਰਨੈਸ਼ਨਲ ਟੂਰਿਜ਼ਮ ਦੇ ਵਿੱਚ ਕੀ ਡਿਫਰੈਂਸ ਹੈ ਆਪਾਂ ਉਹਨੇ ਪੜਾਂਗੇ। ਜਿਹੜਾ ਆਪਾਂ ਲੋਕਲ ਟਰੈਵਲ ਹੈ ਉਹਨੂੰ ਆਪਾਂ ਕਹਾਂਗੇ ਡੋਮੈਸਟਿਕ ਟੂਰਿਜ਼ਮ। ਜਿਹੜਾ ਆਪਣਾ ਟਰੈਵਲਿੰਗ ਅਬਰੋਡ ਹੈ ਉਹ ਆਪਣਾ ਇੰਟਰਨੈਸ਼ਨਲ ਟੂਰਿਜ਼ਮ ਵਿੱਚ ਆ ਜਾਏ। ਜਿਹੜਾ ਆਪਣਾ ਲੋਕਲ ਟਰੈਵਲ ਹੈ ਉਹ ਬਹੁਤ ਲੈਸ ਐਕਸਪੈਂਸਿਵ ਹੁੰਦਾ, ਬਹੁਤ ਸਸਤਾ ਹੁੰਦਾ। ਅਗਰ ਸਪੋਜ਼ ਕਰੋ ਆਪਾਂ ਕਿਸੇ ਫੋਰਨ ਕੰਟਰੀ ਜਾਣਾ, ਉਹ ਆਪਾਂ ਨੂੰ ਕੋਸਟਲੀ ਪਏਗਾ, ਉਹ ਕੀ ਹੋਏਗਾ ਮੋਰ ਐਕਸਪੈਂਸਿਵ। नो नीड फॉर पासपोर्ट एंड वीज़ाज। अगर आप लोकल इत्थों चंडीगढ़ जाना है या चंडीगढ़ तो दिल्ली जाना, आपां नूं वीज़ा तो पासपोर्ट की नीड नहीं है। लेकिन आप अगर फॉरन कंट्रीज जाना है तो आपां नूं पासपोर्ट तो वीज़ाज नीड है, मस्ट है। ट्रैवल एज अ फर्स्ट क्लास सिटीजन वुड नॉट हैव टू वरी अबाउट रेशियल डिस्क्रिमिनेशन। अपने कोई भेदभाव नहीं होगा, आप ईजिली मूव ऑन हो सकते हैं, अपने नाल फर्स्ट क्लास सिटीजनस तरह ट्रीट कराया जाएगा। बट आप जो अगर दूसरी कंट्रीज जाओगे, अपने तो फॉरन कंट्रीज़ के कल्चर बहुत डिफरेंस होएगा। हर एक चीज़ आप बहुत ज़्यादा डिफरेंस पता लगेगा उस चीज़ नाल। जिहड़ा लोकल है लोकल करना बहुत ईजीली होगा, बट अब्रॉड जाके हर चीज़ नूं न्यू ट्रेडिशन के अकॉर्डिंग एक्सेप्ट करना थोड़ा जिहा डिफिकल्ट होएगा। इंस्पायर्स अ जेन्युइन एप्रीशिएशन ऑफ द ब्यूटी ऑफ वंस ओन कंट्री। अगर आप बाहर फॉरन जाने तो आप अपनी कंट्री के कंपैरेटिव उत्थे दी की चीज़ ब्यूटी की चीज़ ज़्यादा खूबसूरत है उस चीज़ आप एप्रीशिएट करांगे। ठीक है, आप एक्सपेंड्स वंस अंडरस्टैंडिंग ऑफ वंस नेशन एंड देयरफॉर रेजिज नेशनल कॉन्सिक्वेंस। कि अपने नालों अपनी कंट्री नालों उन्हां च की चीज़ ज़्यादा बैटर है, उन्होंने मतलब अपने क्या अलग अलग कल्चर्स हैं या उहदा अकॉर्डिंग वो किस प्रकार बहुत वधिया है, वो सब कुछ डिफरेंस हो जाता है। नैक्सट अपना टॉपिक है वाई वुड गवर्नमेंट प्रमोट टूरिज्म। गवर्नमेंट जी अपनी सरकार है टूरिज्म नूं क्यों प्रमोट करती है? क्योंकि अपन पता है टूरिज्म इज़ अ मेजर फॉरेन रिवेन्यू अर्नर। टूरिज्म प्रोवाइड्स लॉट्स ऑफ जॉब्स। It can act as a means of regional and local regeneration. Tourism can help support a national interest in the environment and heritage resources. Tourism can act as a means for improving and extending the physical infrastructure. Tourism can help increase awareness of a country in an international context. गवर्नमेंट क्यों इस टूरिज़म को प्रमोट कर दिया? क्योंकि अपन पता है कि रिवेन्यू, क्योंकि अगर कोई फॉरन तो अपनी कंट्री आएगा और फॉरन करंसीज़ नूं लेके आएगा, एक तरह का की होएगा अपना टूरिज़म को प्रमोट करना इस वजह से, क्योंकि बाहरली करंसीज़ लैके आएगा उन्हें अपनी कंट्री थोड़ा जिहा अर्निंग का फर्क पएगा।
ਟੂਰਿਜ਼ਮ ਪ੍ਰੋਵਾਈਡਸ ਲੋਡਸ, ਇਹ ਆਪਾਂ ਨੂੰ ਬਹੁਤ, ਅਗਰ ਕੋਈ ਫੋਰਨਰਸ ਆਉਣਗੇ ਆਪਾਂ ਨੂੰ ਟੂਰਿਸਟ ਗਾਈਡ ਚਾਹੀਦਾ, ਟੂਰਿਸਟ ਆਪਰੇਟਰਸ ਚਾਹੀਦੇ, ਇਹ ਆਪਾਂ ਨੂੰ ਬਹੁਤ ਸਾਰੀ ਜੋਬਸ ਦੇਣਗੇ। ਔਰ ਇੱਕ ਰੀਜਨਲ ਐਂਡ ਲੋਕਲ ਰੀਜਨਰੇਸ਼ਨ, ਔਰ ਇੱਕ ਜਿਹੜਾ ਹੈ ਆਪਸ ਵਿੱਚ ਰੀਜਨਰੇਸ਼ਨ, ਆਪਸ ਵਿੱਚ ਜਿਹੜੇ ਆਪਣੇ ਰੀਜਨਸ ਵਿੱਚ ਹੈ ਇੱਕ ਮੀਨਸ ਮਤਲਬ ਆਪਸ ਵਿੱਚ ਕਨੈਕਟ ਕਰੇਗਾ। ਉਹ ਸਪੋਰਟਸ ਨੂੰ ਐਕਟ ਕਰੇਗਾ ਜਿਹੜੇ ਵੀ ਹੈ ਨੈਸ਼ਨਲ ਇੰਟਰਸਟ, ਤਾਂ ਕਿ ਉਹ ਆਪਣੇ ਹੈਰੀਟੇਜ ਜਿੰਨੇ ਵੀ ਸੋਰਸਿਸ ਆਪਣੀ ਹੈਰੀਟੇਜ ਸਾਈਟਸ ਹੈ ਉਹਨਾਂ ਨੂੰ ਦੇਖਣ, ਆਪਣੇ ਇਨਵਾਇਰਮੈਂਟ ਬਾਰੇ ਪਤਾ ਲੱਗੇ। ਔਰ ਇੰਪਰੂਵਿੰਗ ਐਕਸਪੈਂਡਿੰਗ ਜਿਹੜੀ ਜਿੰਨਾ ਵੀ ਉਹਨਾਂ ਦੇ ਫਿਜ਼ੀਕਲ ਇਨਫਰਾਸਟਰਕਚਰਸ ਬਣੇ, ਅਗਰ ਸਪੋਜ਼ ਕਰੋ ਕਿਸੇ ਜਗ੍ਹਾ 'ਤੇ ਲੋਕ ਬਹੁਤ ਜ਼ਿਆਦਾ ਆਉਂਦੇ ਆ ਤਾਂ ਆਪਾਂ ਨੂੰ ਇਨਫਰਾਸਟਰਕਚਰ ਨੂੰ ਬਹੁਤ ਜ਼ਿਆਦਾ ਵਧੀਆ ਬਣਾਉਣਾ ਪਏਗਾ। ਉਸ ਚੀਜ਼ 'ਤੇ ਵੀ ਬਹੁਤ ਜ਼ਿਆਦਾ ਇੰਪੈਕਟ ਕਰੇਗਾ, ਆਪਾਂ ਨੂੰ ਹੋਰ ਜ਼ਿਆਦਾ ਐਕਸਟੈਂਡ ਕਰਨਾ ਪੜੇਗਾ। ਔਰ ਇਹ ਜੋ ਕੰਟਰੀ ਦਾ ਜੋ ਵੀ ਅਵੇਅਰਨੈਸ ਹੈ ਉਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਇੰਪਰੂਵ ਕਰੇਗਾ, ਵਧੀਆ ਬਣਾਏਗਾ। ਗੌਰਮੈਂਟ ਜਿਹੜੇ ਹੈ ਉਹ ਇੰਪੋਰਟੈਂਟ ਰਿਸੋਰਸਿਸ, ਉਹ ਮੇਨ ਆਪਣੇ ਜਿਹੜੇ ਹਰ ਲੈਵਲ ਦੇ ਗੌਰਮੈਂਟਸ ਹੈ ਉਹ ਥੋੜ੍ਹਾ ਇਸ ਚੀਜ਼ ਨੂੰ ਬੈਟਰ ਕਰਨ ਲਈ, ਇੰਪੋਰਟੈਂਟ ਕਰਨ ਲਈ ਉਸ ਚੀਜ਼ ਨੂੰ ਜ਼ਿਆਦਾ ਐਕਸਟੈਂਡ ਕਰ ਰਹੇ ਹੈ ਅਤੇ ਬਿਕਮ ਮੋਰ ਇਨਵੋਲਵਡ ਇਨ ਟੂਰਿਜ਼ਮ ਪਲੈਨਿੰਗ, ਔਫਨ ਡੋਨੇਸ਼ਨ ਟੂ ਬਿਜ਼ਨਸ ਐਂਡ ਟੂਰਿਸਟ ਔਰਗਨਾਈਜੇਸ਼ਨ। ਜੋ ਗੌਰਮੈਂਟ ਹੈ ਉਹ ਜਿੰਨੀ ਵੀ ਆਪਣੀ ਟੂਰਿਸਟ ਔਰਗਨਾਈਜੇਸ਼ਨਸ ਹੈ ਉਹਨਾਂ ਨੂੰ ਡੋਨੇਸ਼ਨਸ ਦੇ ਰਹੀ ਹੈ ਤਾਂ ਕਿ ਉਹ ਉਹਨਾਂ ਦੀ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਸਕਣ, ਜ਼ਿਆਦਾ ਇੰਪਰੂਵਮੈਂਟ ਕਰ ਸਕਣ। ਅਗਰ ਸਪੋਜ਼ ਕੋਈ ਫੋਰਨ ਤੋਂ ਆਏ ਤਾਂ ਕੋਈ ਚੀਜ਼ ਐਵੇਂ ਜਿਹੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਉਹਨਾਂ ਨੂੰ ਪੂਰਾ ਆਪਣੇ ਇੰਡੀਆ ਦੇ ਉੱਪਰ ਕੋਈ ਵੀ ਉਹਨਾਂ ਨੂੰ ਕੁਝ ਕਹਿਣ ਦਾ ਮੌਕਾ ਮਿਲੇ। ਹਰ ਚੀਜ਼ ਨੂੰ ਵਧੀਆ ਦੇਖ ਕੇ ਪ੍ਰੇਜ਼ ਹੀ ਕਰਨੀ ਚਾਹੀਦੀ ਹੈ। ਇਸ ਚੀਜ਼ ਨਾਲ ਵੀ ਗੌਰਮੈਂਟ ਇਸ ਚੀਜ਼ 'ਚ ਬਹੁਤ ਜ਼ਿਆਦਾ ਪਾਰਟੀਸਪੇਸ਼ਨ ਕਰ ਰਹੀ ਹੈ, ਔਰਗਨਾਈਜੇਸ਼ਨਸ ਨੂੰ ਜ਼ਿਆਦਾ ਸਪੋਰਟ ਕਰ ਰਹੀ ਹੈ ਤਾਂ ਉਹਨਾਂ ਨੂੰ ਦੱਸ ਰਹੀ ਹੈ। ਨੈਕਸਟ ਹੈ ਆਪਣਾ ਜਿਹੜਾ ਟੂਰਿਜ਼ਮ ਹੈ, ਆਪਣਾ ਮੇਨ ਟੋਪਿਕ ਸੇਫ ਐਂਡ ਔਨਰੇਬਲ ਟੂਰਿਜ਼ਮ ਕਿਵੇਂ ਬਣ ਸਕਦਾ। Ministry of Tourism organized National Conference of State Tourism Ministers on 21/8/2014 with special emphasis on safe and honorable tourism. All the state government UT administration resolved to continue to ensure the safety and security of all the tourists, especially ਵੂਮੈਨ ਟੂਰਿਸਟ। ਜਿਹੜੇ ਆਪਣੀ ਗੌਰਮੈਂਟ ਹੈ ਉਹਨਾਂ ਨੇ ਆਪਸ ਵਿੱਚ ਮਿਲ ਕੇ ਕਾਨਫਰੰਸ ਔਰਗਨਾਈਜ਼ ਕਰੀ 21/8/2014 ਵਿੱਚ, ਜੋ ਇਹਨਾਂ ਨੇ ਮੇਨ ਕਿਵੇਂ ਆਪਣੇ ਟੂਰਿਜ਼ਮ ਜਿਹੜਾ ਹੈ ਟੂਰਿਜ਼ਮ ਆਪਣਾ ਸੇਫ ਅਤੇ ਔਨਰੇਬਲ ਬਹੁਤ ਵਧੀਆ ਬਣ ਸਕਦਾ ਹੈ। ਸਾਰੀ ਗੌਰਮੈਂਟਸ ਨੇ ਕੰਟੀਨਿਊ ਕਰਿਆ ਤਾਂ ਕਿ ਹਰ ਇੱਕ ਜਿਹੜੀ ਟੂਰਿਜ਼ਮ ਜਿਹੜੀ ਵੂਮੈਨ ਹੈ, ਵੂਮੈਨ ਲਈ ਕਿਵੇਂ ਸਪੈਸ਼ਲੀ ਆਪਣਾ ਟੂਰਿਜ਼ਮ ਜਿਹੜਾ ਬਹੁਤ ਸੇਫਟੀ ਔਰ ਸਿਕਿਉਰਿਟੀ ਨਾਲ ਬਣਾਇਆ ਜਾ ਸਕਦਾ ਹੈ ਤਾਂ ਕਿ ਵੂਮੈਨਸ ਅਗਰ ਸਪੋਜ਼ ਕਰੋ ਅਗਰ ਵੂਮੈਨਸ ਅਕੇਲੇ ਵੀ ਟਰੈਵਲ ਕਰਨਾ ਚਾਹਣ, ਅਲੋਨਲੀ ਜਾਂ ਸਿੰਗਲ ਕਰਨਾ ਚਾਹਣ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ। ਇਸ ਲਈ ਉਹਨਾਂ ਨੇ ਕੀ ਕਰਿਆ ਸੀ ਆਪਸ ਵਿੱਚ ਮਿਲ ਕੇ ਇੱਕ ਆਪਣਾ ਟੂਰਿਜ਼ਮ ਨੂੰ ਸੇਫ ਅਤੇ ਔਨਰੇਬਲ ਬਣਾਇਆ। ਸੇਫ ਐਂਡ ਔਨਰੇਬਲ ਟੂਰਿਜ਼ਮ ਲਈ ਮੇਨ ਕੀ ਹੈ, ਸੇਫ ਕੋਡ ਆਫ ਕੰਡਕਟ ਫॉर द सर्विस providers in tourism sector for safe and honorable tourism has been finalized after consulting all stakeholders including the state government। ਜਿਹੜਾ ਕੋਡ ਆਫ ਕੰਡਕਟ ਜਿਹੜਾ ਲਗਾਇਆ ਗਿਆ ਸੀ ਉਹ ਟੂਰਿਜ਼ਮ ਸੈਕਟਰ ਵਿੱਚ ਆਪਣੇ ਟੂਰਿਜ਼ਮ ਨੂੰ ਵਧੀਆ ਬਣਾਉਣ ਲਈ ਅਤੇ ਸੇਫ ਬਣਾਉਣ ਲਈ ਲਗਾਇਆ ਗਿਆ ਸੀ। ਸਾਰੇ ਜਿੰਨੇ ਵੀ ਸਟੇਕ ਹੋਲਡਰਸ ਜੋ ਵੀ ਉੱਥੇ ਸਟੇਕ ਹੋਲਡਰਸ ਹੈਗੇ ਆਪਸ ਵਿੱਚ ਇਹਨਾਂ ਨਾਲ ਕੰਸਲਟ ਕਰਕੇ ਤਾਂ ਕਿ ਆਪਣੀ ਸਟੇਟ ਗੌਰਮੈਂਟਸ ਨਾਲ ਵੀ ਤਾਂ ਕਿ ਪੂਰੀ ਸੇਫਟੀ ਯੂਜ਼ ਕੀ ਜਾਏ ਅਤੇ ਆਪਣਾ ਟੂਰਿਜ਼ਮ ਨੂੰ ਵਧੀਆ ਬਣਾਇਆ ਜਾਏ। ਦਾ ਕੋਡ ਹੈਜ਼ ਬੀਨ ਨੈਸੈਸਟਾਈਡ in the lights of growth in high spending foreign tourists and the World of Travel and Tourism Council projection that India will be among the nations having fastest growing tourism industry over the next 10 to 15 years। ਜਿਹੜਾ ਇੰਡੀਆ ਹੈ ਉਹ ਆਪਣੀ ਇਸ ਟਾਈਮ ਸਭ ਤੋਂ ਜ਼ਿਆਦਾ ਗਰੋਇੰਗ ਬਣ ਰਹੀ ਹੈ ਟੂਰਿਜ਼ਮ ਦੇ ਮਾਮਲੇ, ਸਭ ਤੋਂ ਜ਼ਿਆਦਾ ਅੱਗੇ ਜਿਹੜਾ ਹੈ ਉਹ ਆਪਣਾ ਟੂਰਿਜ਼ਮ ਸੈਕਟਰ ਚੱਲ ਰਿਹਾ 10 to 15 ਈਅਰਸ ਦੇ ਅੰਦਰ। ਜਿਹੜਾ ਮੇਨਲੀ ਹੁਣ ਆਪਾਂ ਨੂੰ ਪਤਾ ਆਪਣਾ ਕੋਡ ਆਫ ਕੰਡਕਟ ਲੱਗਿਆ ਜਿਹਦੇ ਨਾਲ ਕੀ ਹੋਇਆ ਕੋਈ ਵੀ ਫੋਰਨਰਸ ਹੈ ਉਹ ਆਪਣੇ ਫੋਰਨ ਤੋਂ ਆਪਣੇ ਅੰਦਰ ਨਹੀਂ ਆ ਸਕਦੇ ਕਿਉਂਕਿ ਘਰੋਂ ਕੋਵਿਡ ਦੇ ਕਾਰਨ ਉਹ ਇੱਧਰ ਨਹੀਂ ਆ ਸਕਦੇ। ਅਗਰ ਆਪਣੇ ਟੂਰਿਜ਼ਮ ਨੂੰ ਆਪਾਂ ਸਪੋਜ਼ ਅਗਰ ਕੋਈ ਫੋਰਨ ਤੋਂ ਆਪਣੇ ਕੰਟਰੀ ਦੇ ਅੰਦਰ ਆਏਗਾ, ਅਗਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਕੋਵਿਡ ਦੀ ਪ੍ਰੋਬਲਮਸ ਹੈ ਤਾਂ ਉਹਦੇ ਨਾਲ ਕੀ ਹੋਏਗਾ ਆਪਣੇ ਇੱਧਰ ਵੀ ਲੋਕ ਇਨਫੈਕਟਿਡ ਹੋਣਗੇ। ਇਸ ਵਾਸਤੇ ਉਸ ਚੀਜ਼ ਨੂੰ ਕੀ ਕਰਿਆ ਗਿਆ ਹੈ, ਇਸ ਕੋਡ ਆਫ ਕੰਡਕਟ ਲਗਾਇਆ ਜਾਂਦਾ ਹੈ ਅਤੇ ਜਿਹਦੇ ਨਾਲ ਇਹ ਹੁੰਦਾ ਕਿ ਕੋਈ ਵੀ ਚੀਜ਼ ਨੂੰ ਆਪਾਂ ਰੋਕ ਸਕਦੇ ਹਾਂ ਜ਼ਿਆਦਾ ਮੂਵ ਫਰਦਰ ਤਾਂ ਕਿ ਉਹ ਫੈਲੇ ਨਾ। ਗੌਰਮੈਂਟ ਮੂਵ ਫੋਲੋਅਰਸ ਦਾ 2008 ਵਰਲਡ ਕਾਂਗਰਸ ਅਗੇਂਸਟ sexual exploitation of children and adolescents held in Rio, Brazil, in which country was asked to draft special law to prevent children from being used in the tourism industries। ਗੌਰਮੈਂਟ ਨੇ 2008 ਤੋਂ ਸ਼ੁਰੂ ਕਰਿਆ ਜਿਹੜੇ ਵੀ ਆਪਣੇ ਲੋਕ ਹੈ ਚਿਲਡਰਨਸ ਹੈ ਉਹਨਾਂ ਨੂੰ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਾ ਕਰਿਆ ਜਾਏ। ਬ੍ਰਾਜ਼ੀਲ ਜਿਵੇਂ ਕੰਟਰੀਜ਼ ਵਿੱਚ ਉਹਨਾਂ ਨੇ ਮੇਨ ਲੋਜ਼ ਅਪਲਾਈ ਕੀਤੇ ਤਾਂ ਕਿ ਚਿਲਡਰਨਸ ਨੂੰ ਹੈ ਟੂਰਿਜ਼ਮ ਇੰਡਸਟਰੀ 'ਚ ਕੁਛ ਵੀ ਇਹੋ ਜਿਹਾ ਕੰਮ ਨਾ ਕਰਨਾ ਪਏ ਜਿਨ੍ਹਾਂ ਨਾਲ ਉਹਨਾਂ ਨੂੰ ਇਫੈਕਟਡ ਹੋਏ। ਵੈਦਰ ਵਨ ਐਗਰੀਜ਼ ਔਰ ਨੋਟ ਦਿਸ ਫੋਰਮ ਆਫ ਡਾਰਕ ਟੂਰਿਜ਼ਮ if at all
it will have the known monoculture tourism, then this form of tourism must be stopped at any cost and at all cost। ਅਗਰ ਕੁਝ ਐਸਾ ਜਿਹਾ ਹੈ ਇਹਨੂੰ ਆਪਾਂ ਕੀ ਕਹਾਂਗੇ ਡਾਰਕ ਟੂਰਿਜ਼ਮ, ਆਪਾਂ ਨੂੰ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ, ਕਿਸੇ ਵੀ ਕੋਸਟ 'ਤੇ ਕਿਸੇ ਵੀ ਕੀਮਤ 'ਤੇ ਜਾ ਕੇ ਇਸ ਚੀਜ਼ ਨੂੰ ਨਹੀਂ ਹੋਣਾ ਚਾਹੀਦਾ, ਇਸ ਚੀਜ਼ ਨੂੰ ਸਟੋਪ ਕਰਨਾ ਚਾਹੀਦਾ। ਨੈਕਸਟ ਆਪਣਾ ਟੌਪਿਕ ਹੈ ਸੋਲੋ ਟਰੈਵਲਰ। ਸੋਲੋ ਮਤਲਬ ਆਪਾਂ ਅਕੇਲਾ ਅਗਰ ਕੋਈ ਟਰੈਵਲ ਸਿੰਗਲ ਪਰਸਨ ਵੀ ਕਰਨਾ ਚਾਹੁੰਦਾ ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਗਰ ਆਪਾਂ ਪਲੈਨਿੰਗ ਕਰਦੇ ਹਾਂ ਟਰੈਵਲ ਇੰਡੀਆ 'ਚ, ਲੈਟਸ ਹੈਲਪ ਅਸ, ਆਪਾਂ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਹੈ। We offer itinerary planning, India for beginners, custom tours and much more to make sure your trip to India is filled with more magic। ਮਤਲਬ ਇਹਦੇ ਨਾਲ ਅਗਰ ਆਪਾਂ ਕੋਈ ਸਿੰਗਲ ਲੇਡੀ ਅਗਰ ਲੇਡੀ ਟਰੈਵਲਰ ਕਰਨਾ ਚਾਹੁੰਦੀ ਹੈ ਤਾਂ ਉਹਦੇ ਲਈ ਟਰਿਪ ਐਵੇਂ ਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਅਕੇਲੀ ਟਰੈਵਲ ਕਰ ਰਹੀ ਹੈ, ਉਹਦੇ ਲਈ ਬਹੁਤ ਵਧੀਆ ਇੰਜੋਏਬਲ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ ਤਾਂ ਕਿ ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਨੈਕਸਟ ਆਪਣਾ ਹੈ ਸੀਨੀਅਰ ਸਿਟੀਜ਼ਨ ਟਰੈਵਲਸ। ਆਪਾਂ ਨੋਰਮਲੀ ਇਹ ਤਾਂ ਹੈ ਨਹੀਂ ਯੰਗ ਏਜ ਵਿੱਚ ਆਪਾਂ ਲੋਕ ਟਰੈਵਲ ਕਰ ਸਕਦੇ ਹਾਂ, ਹਰ ਇੱਕ ਦਾ ਟਰੈਵਲ ਕਰਨ ਦਾ ਆਪਣਾ ਆਪਣਾ ਦਿਲ ਕਰਦਾ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਆਪਣਾ ਸੋਲੋ ਟਰੈਵਲਰਸ ਆਪਾਂ ਕਰ ਚੁੱਕੇ ਹਾਂ। ਹੁਣ ਆਪਣਾ ਨੈਕਸਟ ਆਪਣਾ ਆਉਂਦਾ ਹੈ ਸੀਨੀਅਰ ਸਿਟੀਜ਼ਨ ਟਰੈਵਲਰਸ, ਜਿਹੜੇ ਆਪਣੇ ਐਲਡਰਲੀ ਲੋਕ ਯਾਨੀ ਜੋ ਬਜ਼ੁਰਗ ਲੋਕ ਹੁੰਦੇ ਆ, ਏਜਡ ਪਰਸਨ, ਉਹ ਆਪਣੀ ਲਾਈਫ ਵਿੱਚ ਬਹੁਤ ਕੁਛ ਕਰ ਚੁੱਕੇ ਆ, ਜੋ ਉਹਨਾਂ ਨੇ ਸੈਟਲ ਹੋ ਚੁੱਕੇ ਆ। ਹੁਣ ਉਸ ਤੋਂ ਬਾਅਦ ਲਾਸਟ ਟਾਈਮ 'ਤੇ ਉਹ ਅਗਰ ਇੰਜੋਏ ਕਰਨਾ ਚਾਹੁੰਦੇ ਆਪਣੀ ਲਾਈਫ ਨੂੰ, ਘੁੰਮਣਾ ਫਿਰਨਾ ਚਾਹੁੰਦੇ ਆ, ਤਾਂ ਉਹ ਵੀ ਆਪਣਾ ਜਿਹੜਾ ਹੈ ਵੰਡਰਲਸ ਆਪਣੇ ਟਰੈਵਲ ਨੂੰ ਬਹੁਤ ਵਧੀਆ ਬਣਾ ਸਕਦੇ ਹੈ। ਉਹਨਾਂ ਨੂੰ ਪ੍ਰੋਪਰ ਟੂਰਿਸਟ ਗਾਈਡ ਦੀ ਲੋੜ ਹੋਏਗੀ, ਇਸ ਚੀਜ਼ ਨੂੰ ਉਹਨਾਂ ਨੂੰ ਕਨਫਰਮ ਕਰਨਾ ਤਾਂ ਕਿ ਉਹ ਵੀ ਜਿੱਥੇ ਮੂਵ ਔਨ ਕਰਨਾ ਚਾਹਣ ਈਜ਼ੀਲੀ ਮੂਵ ਔਨ ਕਰ ਸਕਦੇ। ਨੈਕਸਟ ਆਪਣਾ ਡਿਫਰੈਂਟਲੀ ਏਬਲ ਟੂਰਿਜ਼ਮ। ਆਪਾਂ ਨੋਰਮਲੀ ਇਹ ਤਾਂ ਹੈ ਨਹੀਂ ਜਿਹੜਾ ਆਪਣਾ ਟੂਰਿਜ਼ਮ ਹੈ ਉਹ ਬਿਲਕੁਲ ਜੋ ਲੋਕ ਠੀਕ ਹੈ ਉਹਨਾਂ ਲਈ ਪੋਸੀਬਲ ਹੈ। ਅਸੈਸਿਬਲ ਟੂਰਿਜ਼ਮ ਇਸੈਂਸ਼ਲੀ ਪ੍ਰਮੋਟਸ ਦਾ ਆਈਡੀਆ ਆਫ every differently able individual traveling to places with ease and comfortable। Access needs differ from person to person। It could also extend to the special accesses older people require while traveling। ਜਿਹੜੀ ਹਰ ਕੋਈ ਪਰਸਨ ਟੂ ਪਰਸਨ ਜਿਹੜੀ ਨੀਡਸ ਹੈ ਉਹ ਡਿਫਰ ਹੁੰਦੀਆਂ। ਜਿਹੜੇ ਪਰਸਨ ਨਹੀਂ ਚੱਲ ਸਕਦੇ ਜਾਂ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਵੀ ਪ੍ਰੋਬਲਮ ਹੈ ਅਤੇ ਉਹਨਾਂ ਨੂੰ ਜਿਹੜੀ ਟਰੈਵਲਿੰਗ ਵੇਲੇ ਪੂਰੀ ਪ੍ਰੋਪਰ ਐਕਸਟੈਂਡ ਉਹਨਾਂ ਦੀ ਫੈਸਿਲਿਟੀਜ਼ ਨੂੰ ਐਕਸਪੈਂਡ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੇ ਨਾਲ ਉਹਨਾਂ ਦਾ ਟੂਰਿਜ਼ਮ ਬਹੁਤ ਜ਼ਿਆਦਾ ਵਧੀਆ ਬਣ ਸਕੇ, ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਪ੍ਰੋਬਲਮ ਨਾ ਆਏ। ਉਹ ਈਜ਼ਲੀ ਅਗਰ ਮੂਵ ਔਨ ਕਰਨਾ ਚਾਹੁੰਦੇ ਹਨ ਕਿਸੇ ਜਗ੍ਹਾ ਤੋਂ ਦੂਸਰੀ ਤੋਂ ਈਜ਼ਲੀ ਜਾ ਸਕਦੇ ਹੈ ਤਾਂ ਕਿ ਉਹ ਆਪਣੇ ਟਰੈਵਲ ਨੂੰ ਜ਼ਿਆਦਾ ਵਧੀਆ ਬਣਾ ਸਕਣ। ਆਪਣਾ ਨੈਕਸਟ ਆਏਗਾ ਕੈਟਰਿੰਗ। ਕੈਟਰਿੰਗ ਦੀ ਡੈਫੀਨੇਸ਼ਨ, ਕੈਟਰਿੰਗ ਹੁੰਦਾ ਕੀ ਹੈ? ਕੈਟਰਿੰਗ ਇਜ਼ ਦਾ ਬਿਜ਼ਨਸ of providing food services at a remote site or a site such as a hotel, hospital, pub, aircraft, cruise ship, park, filming site or studio or entertainment site or event venue for a large number of people। ਆਪਾਂ ਕੈਟਰਿੰਗ ਕਹਿ ਸਕਦੇ ਹਾਂ। ਆਪਾਂ ਨੋਰਮਲੀ ਕੈਟਰਿੰਗ ਦਾ ਵਰਡ ਆਪਾਂ ਸੁਣਿਆ ਹੀ ਹੁੰਦਾ। ਆਪਾਂ ਅਗਰ ਕੋਈ ਫੰਕਸ਼ਨ ਕਰਦੇ ਹਾਂ ਔਰਗੇਨਾਈਜ਼ ਤਾਂ ਆਪਾਂ ਕੈਟਰਿੰਗ ਸਿਸਟਮ ਪ੍ਰੈਫਰ ਜ਼ਿਆਦਾਤਰ ਲੋਕ ਕਰਨਾ ਪਸੰਦ ਕਰਦੇ ਹਾਂ। ਇਹਦੇ 'ਚ ਕੈਟਰਿੰਗ ਵਿੱਚ ਕੀ ਹੁੰਦਾ, ਇੱਕ ਬਿਜ਼ਨਸ ਹੀ ਹੈ ਇੱਕ ਫੂਡ ਸਰਵਿਸ ਦਾ, ਤਾਂ ਜਿਹੜੇ ਹੋਟਲਸ ਹੋਸਪਿਟਲਸ ਕਰਦੇ ਆ ਉਹਦੇ 'ਚ ਨਾਲ ਆਪਾਂ ਨੂੰ ਕੋਈ ਵੀ ਐਵੇਂ ਨਹੀਂ ਆਪਣੇ ਕੋਲ ਸਪੋਜ਼ ਆਪਾਂ ਨੂੰ ਪਤਾ ਅੱਜ ਦੀ ਲਾਈਫ ਵਿੱਚ ਹਰ ਕੋਈ ਬਿਜ਼ੀ ਹੈ, ਉਹ ਕੈਟਰਿੰਗ ਸਿਸਟਮ ਨੂੰ ਵੀ ਪ੍ਰੈਫਰ ਕਰਦਾ। ਉਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਨੂੰ ਹਰ ਚੀਜ਼ ਸਿਰਫ ਪੇ ਕਰਨਾ ਪੈਂਦਾ ਅਤੇ ਆਪਾਂ ਨੂੰ ਕੋਈ ਵੀ ਉਹਦੇ ਲਈ ਕੁਛ ਵੀ ਨਹੀਂ ਪ੍ਰੋਵਾਈਡ ਕਰਨਾ ਪੈਂਦਾ। ਉਹ ਜਿਹੜੇ ਕੈਟਰਰਸ ਹੁੰਦੇ ਆ ਉਹ ਆਪਣੇ ਆਪ ਔਰਗਨਾਈਜ਼ ਕਰਦੇ ਆ, ਆਪਾਂ ਨੂੰ ਸਿਰਫ ਪੂਰੀ ਪੇਮੈਂਟ ਪੇ ਕਰਨੀ ਪੈਂਦੀ ਹੈ। ਪਲੇਟ ਸਿਸਟਮ ਹੁੰਦਾ ਅਤੇ ਉਹ ਆਪਾਂ ਨੂੰ ਹਰ ਚੀਜ਼ ਸਰਵਿਸੇਬਲ ਪ੍ਰੋਪਰ ਦੇ ਸਕਦੇ ਆ। ਇਹ ਜਿਹੜੀ ਕੈਟਰਿੰਗ ਸਿਸਟਮ ਹੈ ਹੋਟਲਸ ਵਿੱਚ ਹੁੰਦੀ ਹੈ, ਏਅਰਕ੍ਰਾਫਟ ਵਿੱਚ ਹੁੰਦੀ ਹੈ, ਕਰੂਜ਼ ਸ਼ਿਪ ਵਿੱਚ ਹੁੰਦੀ ਹੈ, ਪਾਰਕ ਵਿੱਚ ਵੀ ਹੋ ਸਕਦੀ ਹੈ। ਜਿੱਥੇ ਪੀਪਲ ਦੀ ਜ਼ਿਆਦਾ ਗੈਦਰਿੰਗ ਹੈ ਉੱਥੇ ਇਹ ਚੀਜ਼ ਹੋ ਸਕਦੀ ਹੈ। ਨੈਕਸਟ ਕੈਟਰਿੰਗ ਸਿਸਟਮ ਸੈਗਮੈਂਟਸ ਕਿਹੜੇ ਹੁੰਦੇ ਆ? ਜਿਹੜੀ ਆਪਣੀ ਕੈਟਰਿੰਗ ਇੰਡਸਟਰੀ ਹੈ ਉਹਨੂੰ ਆਪਾਂ 3 ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹਾਂ। ਸਭ ਤੋਂ ਫਸਟ ਆਉਂਦਾ ਹੈ ਆਪਣਾ ਕਮਰਸ਼ੀਅਲ, ਸੈਕਿੰਡ ਵਨ ਇਜ਼ ਨੋਨ ਕਮਰਸ਼ੀਅਲ, ਥਰਡ ਵਨ ਇਜ਼ ਮਿਲਟਰੀ। Commercial ਕੀ ਹੁੰਦਾ? ਪ੍ਰਾਇਮਰੀ ਫਾਈਨੈਂਸ਼ੀਅਲ ਗੋਲ ਇਨਵੋਲਵਸ ਜਨਰੇਸ਼ਨ ਆਫ ਪ੍ਰੋਫਿਟਸ ਫਰੋਮ ਦਾ ਸੇਲਸ ਆਫ F&B ਪ੍ਰੋਡਕਟਸ, ਐਗਜ਼ਾਮਪਲ ਰੈਸਟੋਰੈਂਟਸ, ਫਾਸਟ ਫੂਡ ਆਊਟਲੇਟਸ, ਬਾਰਸ ਐਂਡ ਪਬ। ਕਮਰਸ਼ੀਅਲ ਵਿੱਚ ਕੀ ਹੋਏਗਾ? ਆਪਣੀ ਫਾਈਨੈਂਸ਼ੀਅਲ ਗਰੋਥ ਇਹਦੇ ਨਾਲ ਇਨਵੋਲਵ ਹੋਏਗੀ, ਲੋਕਾਂ ਨੂੰ ਬੈਨੀਫਿਟਸ ਹੋਣਗੇ ਕਿ ਇਹਨਾਂ ਨੂੰ ਅਗਰ ਉਹ ਫਾਸਟ ਫੂਡ ਨੂੰ ਪ੍ਰੋਪਰ ਕੀ ਕਰਦੇ ਆ ਸੇਲ ਕਰਦੇ। ਜਿਵੇਂ ਸਪੋਜ਼ ਰੈਸਟੋਰੈਂਟਸ ਵਿੱਚ ਆ ਜੇ ਆਪਣੇ ਜਿੰਨੇ ਵੀ ਆਊਟਲੇਟਸ ਲੱਗੇ ਹੁੰਦੇ ਫਾਸਟ ਫੂਡ ਵਾਲੇ, ਬਾਰਸ ਹੋ ਗਏ, ਪਬਸ ਹੋ ਗਏ। ਨੋਨ ਕਮਰਸ਼ੀਅਲ ਵਿੱਚ ਕੀ ਆ ਜਾਂਦਾ? ਆਪਣਾ ਫਾਈਨੈਂਸ਼ੀਅਲ ਗੋਲ ਡਜ਼ ਨੋਟ ਇਨਵੋਲਵ। ਅਗਰ ਆਪਣਾ ਕੋਈ ਵੀ ਪੇਮੈਂਟ ਤੋਂ ਰਿਲੇਟਿਡ ਹੋਏਗਾ ਤਾਂ ਆਪਣਾ ਕਮਰਸ਼ੀਅਲ ਵਿੱਚ ਆਏਗਾ। ਅਗਰ ਆਪਣਾ ਫਾਈਨੈਂਸ਼ੀਅਲ ਗੋਲ ਉਹਦੇ 'ਚ ਨਹੀਂ ਇਨਵੋਲਵ ਤਾਂ ਆਪਣਾ ਕਿਸ ਪਾਰਟ ਵਿੱਚ ਆਉਂਦਾ ਹੈ? ਨੋਨ ਕਮਰਸ਼ੀਅਲ। generating profits from the sale of F&B products। F&B are secondary business in alliance with the main business, example hospital catering, college catering and transportation catering। ਜਿਹੜਾ ਹੈ
ਆਪਾਂ ਅਗਰ ਹੋਸਪਿਟਲਸ ਵਿੱਚ ਬਸ ਤੁਹਾਨੂੰ ਪਤਾ ਹੈ ਜਿੰਨੇ ਵੀ ਉੱਥੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਨੈਸੈਸਿਟੀ ਚੀਜ਼ਾਂ ਪ੍ਰੋਵਾਈਡ ਕਰੀਆਂ ਜਾਂਦੀਆਂ ਉਹਨਾਂ ਦੇ ਖਾਣੇ 'ਚ। ਉਹ ਕੋਈ ਵੀ ਫਾਈਨੈਂਸ਼ੀਅਲ ਉਹਨਾਂ ਦਾ ਮੇਨ ਮੋਟੋ ਇਹ ਨਹੀਂ ਹੁੰਦਾ ਕਿ ਉਹਨਾਂ 'ਚ ਅਰਨਿੰਗਸ ਕਰ ਸਕਣ। ਕਾਲਜ ਅਤੇ ਯੂਨੀਵਰਸਿਟੀ 'ਚ ਵੀ ਸਮਟਾਈਮਸ ਕੈਟਰਿੰਗ ਪ੍ਰੋਪਰ ਹੁੰਦੀ ਹੈ। ਕਈ ਵਾਰ ਸਪੋਜ਼ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਔਨ ਮੂਵ ਪਲੇਨਸ ਵਿੱਚ ਵੀ ਆਪਾਂ ਨੂੰ ਪਤਾ ਉਹ ਪ੍ਰੋਵਾਈਡ ਕਰਦੇ ਆ, ਟ੍ਰੇਨਸ ਵਿੱਚ ਪ੍ਰੋਵਾਈਡ ਕਰਦੇ। ਉਹਨਾਂ ਦਾ ਮੇਨ ਬੈਨੀਫਿਟ ਉੱਥੇ ਅਰਨਿੰਗਸ ਨਹੀਂ ਹੁੰਦਾ, ਉਹਦਾ ਸਿੰਪਲ ਜਿਹੜੀ ਹੈ ਉਹਨਾਂ ਦਾ ਗੋਲ ਆਪਣਾ ਕੀ ਹੁੰਦਾ ਟਰੈਵਲ ਵਿੱਚ ਰਸਤੇ ਜੋ ਵੀ ਚੀਜ਼ ਆਪਾਂ ਨੂੰ ਤਾਂ ਕਿ ਇਨ ਪਲੇਸ ਕੋਈ ਪ੍ਰੋਬਲਮ ਨਾ ਆਏ। ਹੋਸਪਿਟਲਸ ਵਿੱਚ ਵੀ ਕਈ ਵਾਰ ਆਪਾਂ ਨੂੰ ਪ੍ਰੋਪਰ ਖਾਣ ਪੀਣ ਦੀ ਪ੍ਰੋਬਲਮ ਨਾ ਆਉਂਦੀ ਹੈ, ਉਸ ਚੀਜ਼ ਨੂੰ ਵੀ ਉਹ ਸੋਲਵ ਕਰਨ ਲਈ ਇਹ ਨੋਨ ਕਮਰਸ਼ੀਅਲ ਸੈਗਮੈਂਟਸ ਬਣਾਏ ਗਏ। ਥਰਡ ਵਨ ਹੈ ਆਪਣਾ ਮਿਲਟਰੀ। ਇਹਦੇ 'ਚ ਕੀ ਆ ਆਪਣਾ ਮਿਲਟਰੀ 'ਚ ਜੋ ਹੈ encompasses all catering activities involved in association with the armed forces or diplomatic exam। ਜਿਹੜੇ ਹੈ ਆਰਮੀ ਬੇਸਡ ਕੈਂਪ ਜੋ ਵੀ ਆਪਣੇ ਕੈਂਪ ਲੱਗਦੇ ਆ ਕੈਟਰਿੰਗ ਦੇ, ਇਹ ਸਭ ਕੁਛ ਉਹ ਮਿਲਟਰੀ ਵਾਲੇ ਪਾਰਟ ਵਿੱਚ ਕਵਰ ਹੋ ਜਾਂਦਾ। ਇਹ ਆਰਮਡ ਜਿੰਨੀ ਵੀ ਫੋਰਸਿਸ ਹੁੰਦੇ ਆ ਉਹਨਾਂ ਲਈ ਜੋ ਔਰਗਨਾਈਜ਼ ਕਰਿਆ ਜਾਏ ਉਹਨੂੰ ਆਪਾਂ ਕੈਟਰਿੰਗ ਸੈਗਮੈਂਟਸ ਕਹਿੰਦੇ ਹਾਂ। ਠੀਕ ਹੈ, ਆਪਾਂ ਇਹ ਸਾਰੀ ਸਲਾਈਡਸ ਪੜ੍ਹ ਚੁੱਕੇ ਹਾਂ। ਹੁਣ ਕੈਟਰਿੰਗ, ਹੁਣ ਮੇਨ ਮੋਟੋ ਆਪਣਾ ਇਹ ਹੁੰਦਾ ਹੈ ਇਹਦੇ 'ਚ ਕਿ ਆਪਣੇ ਟੂਰਿਜ਼ਮ ਨੂੰ ਆਪਾਂ ਕਿਵੇਂ ਵਧੀਆ ਬਣਾ ਸਕਦੇ ਹਾਂ ਸੇਫ ਐਂਡ ਔਨਰੇਬਲ ਟੂਰਿਜ਼ਮ ਵਿੱਚ। ਆਪਣਾ ਮੇਨ ਇਹ ਸੀ ਕਿ ਜਿਵੇਂ ਹੁਣ ਆਪਾਂ ਸਪੋਜ਼ ਕੋਈ ਵੀ ਡਿਫਰੈਂਸ਼ਲੀ ਏਬਲਡ ਪਰਸਨਸ ਹੋ ਗਏ ਜਾਂ ਕੋਈ ਵੀ ਸੋਲੋ ਟਰੈਵਲਰਸ ਹੋ ਗਏ ਜਾਂ ਏਜਡ ਪਰਸਨ ਕੋਈ ਵੀ ਪਰਸਨ ਹੈ, ਉਹਨਾਂ ਨੂੰ ਬਿਨਾਂ ਐਨੀ ਕੋਈ ਪ੍ਰੋਬਲਮ ਸਾਰਾ ਇੱਕ ਚੀਜ਼ ਪ੍ਰੋਵਾਈਡ ਕਰਿਆ ਜਾਣ ਤਾਂ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਕੋਈ ਪ੍ਰੋਬਲਮ ਨਾ ਆਏ, ਉਹ ਈਜ਼ਲੀ ਮੂਵ ਔਨ ਹੋ ਸਕਣ। ਅਗਰ ਉਹ ਕਿਸੇ ਵੀ ਕੰਟਰੀ ਦੇ ਵਿੱਚ ਈਜ਼ੀਲੀ ਜਾਣਾ ਚਾਹੁਣ ਤਾਂ ਕਿ ਉਹਨੂੰ ਕੋਈ ਪ੍ਰੋਬਲਮ ਨਾ, ਈਜ਼ਲੀ ਮੂਵ ਔਨ ਹੋ ਜਾਣ, ਆਪਣੇ ਟੂਰਿਸਟ ਨੂੰ ਬੈਟਰ ਬਣਾ ਸਕਣ ਤਾਂ ਕਿ ਆਪਣੀ ਲਾਈਫ ਨੂੰ ਮੇਨਲੀ ਇੰਜੋਏਬਲ ਕਰ ਸਕਣ। ਇਹ ਸਭ ਕੁਛ ਇੱਕ ਸੇਫ ਟੂਰਿਜ਼ਮ ਦਾ ਪਾਰਟ ਹੈ। ਹੁਣ ਆਪਾਂ ਇਹਦੇ 'ਚ ਫਰਦਰ ਇੱਕ ਕੈਟਰਿੰਗ ਸਿਸਟਮ ਵੀ ਪੜ੍ਹਿਆ। ਕੈਟਰਿੰਗ ਸਿਸਟਮ ਦੇ ਫਰਦਰ 3 ਜਨਰਲ ਸੈਗਮੈਂਟਸ ਵੀ ਪੜ੍ਹ ਚੁੱਕੇ ਹਾਂ। ਫਸਟ ਵਨ ਇਜ਼ ਕਮਰਸ਼ੀਅਲ, ਸੈਕਿੰਡ ਵਨ ਇਜ਼ ਨੋਨ ਕਮਰਸ਼ੀਅਲ ਐਂਡ ਥਰਡ ਵਨ ਇਜ਼ ਮਿਲਟਰੀ। ਮਿਲਟਰੀ ਜਿਹੜਾ ਬਣਿਆ ਹੁੰਦਾ ਉਹ ਆਰਮਡ ਫੋਰਸਿਸ ਲਈ ਬਣਿਆ ਹੁੰਦਾ। ਕੈਟਰਿੰਗ ਜਿਹੜਾ ਪ੍ਰੋਪਰ ਫੂਡ ਸਰਵਿਸਿਜ਼ ਨੂੰ ਸਾਈਟਸ 'ਤੇ ਦੇਣਾ। ਸਮਟਾਈਮਸ ਜਿਹੜੀ ਸਾਈਟ ਜਿੱਥੇ ਈਜ਼ੀਲੀ ਆਪਾਂ ਨੂੰ ਮਟੀਰੀਅਲ ਮਿਲ ਸਕਦਾ, ਸਮਟਾਈਮ ਕੁਛ ਸਾਈਟਸ ਇਹੋ ਜਿਹੀ ਵੀ ਹੁੰਦੀ ਆ ਜਿੱਥੇ ਆਪਾਂ ਨੂੰ ਈਜ਼ਲੀ ਕੋਈ ਚੀਜ਼ ਈਜ਼ਲੀ ਅਵੇਲੇਬਲ ਨਹੀਂ ਹੁੰਦੀ। ਐਂਡ ਦੈਟਸ all about safe tourism. Thank you so much.